ਸਦੀਆਂ ਪਹਿਲਾਂ ਦੀ ਗੱਲ ਹੈ ਜਦੋਂ ਲੋਭੀ ਰਾਜਿਆਂ ਦੀਆਂ ਮਾੜੀਆਂ ਨੀਤੀਆਂ ਵਿੱਚ ਮਾਨਵਤਾ ਅਲੋਪ ਹੋ ਰਹੀ ਸੀ। ਹਿੰਦੂਆਂ ਨੂੰ ਜ਼ਰੂਰਤ ਸੀ ਇੱਕ ਅਲੌਕਿਕ ਪ੍ਰਕਾਸ਼ ਦੀ ਜੋ ਉਸ ਰਾਹ ਨੂੰ ਪ੍ਰਦਰਸ਼ਿਤ ਕਰੇ। ਲੋਕਾਂ ਨੂੰ ਲੋੜ ਸੀ ਇੱਕ ਗੁਰੂ ਦੀ। ਇਹ ਅਲੌਕਿਕ ਪ੍ਰਕਾਸ਼ ਗਿਆਨ ਦੀ ਨੂਰਾਨੀ ਜੋਤ ਜਗਮਗਾਈ ਪੰਜਾਬ ਵਿੱਚ। ਤੁਸੀਂ ਨਿਕਲ ਜਾਓ ਪਹਿਲਾਂ। ਸੰਨ 1469 ਕੱਤਕ ਦੀ ਪੂਰਨਮਾਸ਼ੀ ਦੀ ਰਾਤ ਜਗਮਗਾਉਂਦੇ ਚੰਦਰਮਾ ਦੀ ਰੋਸ਼ਨੀ ਵਿੱਚ ਸੰਨ 1504 ਨੂੰ 35 ਸਾਲ ਦੀ ਉਮਰ ਵਿੱਚ ਪਵਿੱਤਰ ਕਾਲੀ ਬਈ ਨਦੀ ਦੇ ਕੰਢੇ ਪਾਣੀ ਨੂੰ ਸੰਭਾਲਿਆ। ਸ਼੍ਰੀ ਗੁਰੂ ਅਮਰਦਾਸ ਜੀ ਨੇ ਸੇਵਾ ਨੂੰ ਸਾਧਨਾ ਬਣਾਇਆ। ਉਹਨਾਂ ਨੇ ਲੰਗਰ ਦੀ ਪਵਿੱਤਰ ਪਰੰਪਰਾ ਨੂੰ ਪੰਗਤ ਦੇ ਰੂਪ ਵਿੱਚ ਜਨ ਜਨ ਦੇ ਮਨ ਤੱਕ ਪਹੁੰਚਾਇਆ। ਸ਼੍ਰੀ ਗੁਰੂ ਰਾਮਦਾਸ ਜੀ ਦੇ ਹੱਥਾਂ ਨੇ ਰਾਮਦਾਸਪੁਰ ਦੀ ਨੀਂਹ ਰੱਖੀ ਜੋ ਅੱਗੇ ਚੱਲ ਕੇ ਅੰਮ੍ਰਿਤਸਰ ਬਣਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੇ ਗੁਰੂਆਂ ਦੇ ਗਿਆਨ ਨੂੰ ਸੱਚੀ ਰਾਹ ਨੂੰ ਆਦਿ ਗ੍ਰੰਥ ਦੇ ਰੂਪ ਵਿੱਚ ਸੰਗ੍ਰਹਿਤ ਕੀਤਾ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਦੀ ਸਥਾਪਨਾ ਕੀਤੀ ਅਤੇ ਸਮਝਾਇਆ ਮੇਰੀ ਅਤੇ ਪੀਰੀ ਦੋਹਾਂ ਦਾ ਸੰਤੁਲਨ ਹੀ ਸੱਚਾ ਜੀਵਨ ਹੈ, ਪਰ ਪੀਰੀ ਨੂੰ ਪ੍ਰਾਥਮਿਕਤਾ ਹੈ। ਸ਼੍ਰੀ ਗੁਰੂ ਹਰਿਰਾਏ ਜੀ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਕਰੁਣਾ, ਦਇਆ ਅਤੇ ਸੇਵਾ ਨੂੰ ਧਰਮ ਦਾ ਆਧਾਰ ਬਣਾਇਆ। ਅੱਠ ਸਾਲ ਦੀ ਉਮਰ ਵਿੱਚ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਜਦੋਂ ਜੋਤੀ ਜੋਤ ਸਮਾਉਣ ਦੇ ਨੇੜੇ ਸਨ, ਸਾਰੇ ਇੰਤਜ਼ਾਰ ਵਿੱਚ ਸਨ ਕਿ ਉਹ ਕਹਿਣ ਕੌਣ ਹੋਣਗੇ ਅਗਲੇ ਗੁਰੂ। ਗੁਰੂ ਜੀ ਨੇ ਕੇਵਲ ਇਹ ਸ਼ਬਦ ਕਹੇ, ਬਾਬਾ ਬਕਾਲਾ। ਗਿਆਨ ਦੀ ਜੋਤ ਜੋ ਸਾਲਾਂ ਤੋਂ ਜਗ ਰਹੀ ਸੀ, ਉਸ ਦੇ ਅਗਲੇ ਗੁਰੂ ਕੌਣ ਹੋਣਗੇ? ਇਹ ਸੱਚ ਤੇ ਹੀ ਹਨੇਰੇ ਦੇ ਬੱਦਲ ਸਨ। ਮੱਖਣ ਸ਼ਾਹ ਲੋਹਾਰਾ ਇੱਕ ਸਿੱਖ ਵਪਾਰੀ ਸਮੁੰਦਰ ਵਿਚਕਾਰ ਤੂਫਾਨ ਵਿੱਚ ਫਸੇ ਹੋਏ। ਤਦ ਉਹਨਾਂ ਨੇ ਗੁਰੂ ਅੱਗੇ ਅਰਦਾਸ ਕੀਤੀ, ਜੇਕਰ ਸਾਰੇ ਸਲਾਮਤ ਰਹੇ ਤਾਂ ਉਹ ਗੁਰੂ ਨੂੰ ਸੋਨੇ ਦੀਆਂ 500 ਮੋਹਰਾਂ ਭੇਂਟ ਕਰਨਗੇ। ਗੁਰੂ ਨੇ ਬੇੜਾ ਪਾਰ ਲੰਘਾਇਆ। ਮੱਖਣ ਸ਼ਾਹ ਬਕਾਲਾ ਪਹੁੰਚੇ ਤੇ ਉਹਨਾਂ ਨੂੰ ਇੱਕ ਨਹੀਂ, ਦੋ ਨਹੀਂ, 22 ਲੋਕ ਮਿਲੇ ਜਿਨ੍ਹਾਂ ਨੇ ਕਿਹਾ ਅਸੀਂ ਗੁਰੂ ਹਾਂ। ਮੱਖਣ ਸ਼ਾਹ ਸਾਰਿਆਂ ਨੂੰ 5-5 ਸੋਨੇ ਦੀਆਂ ਮੋਹਰਾਂ ਦਿੰਦੇ ਗਏ। ਸਾਰੇ ਅਸੀਸਾਂ ਦਿੰਦੇ ਗਏ। ਸਭ ਦਾ ਛਲ ਸਾਹਮਣੇ ਆਉਂਦਾ ਗਿਆ, ਪਰ ਗੁਰੂ ਜੀ ਫੇਰ ਵੀ ਨਾ ਮਿਲੇ। ਅੰਤ ਵਿੱਚ ਉਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਤੇਗ ਬਹਾਦਰ ਜੀ ਕੋਲ ਪਹੁੰਚੇ। ਮੱਖਣ ਸ਼ਾਹ ਨੇ 5 ਸੋਨੇ ਦੀਆਂ ਮੋਹਰਾਂ ਭੇਂਟ ਕੀਤੀਆਂ। ਗੁਰੂ ਜੀ ਨੇ ਕਿਹਾ, ਗੁਰੂ ਨੂੰ ਸਿੱਖਿਆ ਦਾ ਕੋਈ ਮੁੱਲ ਨਹੀਂ ਹੈ, ਪਰ ਬਚਨ ਤੁਸੀਂ 500 ਸੋਨੇ ਦੀਆਂ ਮੋਹਰਾਂ ਦਾ ਕੀਤਾ ਸੀ ਅਤੇ ਸੱਚਾ ਸਿੱਖ ਵਚਨ ਨਿਭਾਉਂਦਾ ਹੈ। ਇਹ ਗੱਲ ਸੁਣਦੇ ਹੀ ਮੱਖਣ ਸ਼ਾਹ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹ ਉੱਠ ਦੌੜੇ ਅਤੇ ਸਾਰਿਆਂ ਨੂੰ ਕਿਹਾ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਨੌਵੇਂ ਗੁਰੂ ਮਿਲ ਗਏ, ਸ਼੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੇ ਮਾਨਵਤਾ ਅਤੇ ਸ਼ਹਾਦਤ ਦੀ ਬੇਜੋੜ ਮਿਸਾਲ ਕਾਇਮ ਕੀਤੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਤਿਆਗਮਲ ਜੀ। ਬਚਪਨ ਤੋਂ ਹੀ ਉਹ ਸਮਝਦੇ ਸੀ ਸੇਵਾ, ਸ਼ਾਂਤੀ ਅਤੇ ਤਿਆਗ ਨੂੰ, ਪਰ ਨਾਲ ਹੀ ਤਲਵਾਰ ਵਿੱਚ ਉਹਨਾਂ ਦੀ ਅਲੱਗ ਧਾਰ ਸੀ।
13 ਸਾਲ ਦੀ ਉਮਰ ਵਿੱਚ ਕਰਤਾਰਪੁਰ ਦੀ ਜੰਗ ਵਿੱਚ ਉਹਨਾਂ ਨੇ ਤਲਵਾਰ ਅਜਿਹੀ ਚਲਾਈ ਕਿ ਦੁਸ਼ਮਣ ਦੌੜ ਗਏ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਦ ਉਹਨਾਂ ਨੂੰ ਨਵੇਂ ਨਾਮ ਨਾਲ ਬੁਲਾਇਆ, ਤੇਗ ਬਹਾਦਰ। ਤੇਗ ਬਹਾਦਰ ਜੀ ਪਿਤਾ ਜੀ ਦੀ ਸੇਵਾ ਵਿੱਚ, ਸੰਤਾਂ ਦੀ ਸੇਵਾ ਵਿੱਚ ਪਕਾਲਾ ਵਿੱਚ ਰੁੱਝੇ ਰਹੇ। ਉਹ ਗੁਰੂਆਂ ਦੀਆਂ ਗਿਆਨ ਭਰੀਆਂ ਗੱਲਾਂ ਸੁਣਾਉਂਦੇ ਰਹੇ ਅਤੇ ਸਾਲਾਂ ਬਾਅਦ ਬਕਾਲਾ ਵਿੱਚ ਹੀ ਸਾਰੀ ਮਾਨਵਤਾ ਦੇ ਕਲਿਆਣ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਅਲੌਕਿਕ ਪ੍ਰਕਾਸ਼ ਲੋਕਾਂ ਨੂੰ ਅਰਪਣ ਕੀਤਾ। ਉਹਨਾਂ ਦੇ ਗਿਆਨ ਨੂੰ, ਧਰਮ ਦੇ ਸਨੇਹ ਨੂੰ, ਦਇਆ ਦੇ ਸਾਰ ਨੂੰ ਸਭ ਤੱਕ ਪਹੁੰਚਾਉਣ ਲਈ ਉਹ ਯਾਤਰਾ ਕਰਦੇ ਰਹੇ, ਉੱਤਰੀ ਇਲਾਕਿਆਂ ਤੋਂ ਪੂਰਬ ਵੱਲ। ਭਾਰਤ ਦੇਸ਼ ਵਿੱਚ ਸ਼ਾਂਤੀ ਦਾ ਇਹ ਸੁਨੇਹਾ ਇੱਕ ਦਮਨਕਾਰੀ ਬਾਦਸ਼ਾਹ ਨੂੰ ਪਸੰਦ ਨਹੀਂ ਆਇਆ। ਔਰੰਗਜ਼ੇਬ, ਉਹ ਜਿਸ ਨੂੰ ਸਹਿਨਸ਼ੀਲਤਾ, ਪ੍ਰਭੂਸੱਤਾ ਅਤੇ ਧਾਰਮਿਕ ਸੁਤੰਤਰਤਾ ਮਨਜ਼ੂਰ ਨਹੀਂ ਸੀ, ਉਸ ਦਾ ਦੁਰਾਚਾਰ ਵਾਲਾ ਫਰਮਾਨ ਸੀ, ਸਾਰਿਆਂ ਨੂੰ ਇਸਲਾਮ ਕਬੂਲ ਕਰਾਓ, ਜੋ ਨਾ ਮੰਨੇ ਉਸ ਨੂੰ ਮੌਤ ਦੇ ਘਾਟ ਉਤਾਰੋ। ਇਸ ਅਮਾਨਵੀ ਫਰਮਾਨ ਨਾਲ ਚਾਰੇ ਪਾਸੇ ਦਹਿਸ਼ਤ ਸੀ, ਮਦਦ ਲਈ ਚੀਖ-ਪੁਕਾਰ ਮਚੀ ਸੀ। ਔਰੰਗਜ਼ੇਬ ਦਾ ਇਹ ਧਾਰਮਿਕ ਅਤਿਆਚਾਰ ਕਸ਼ਮੀਰ ਦੀਆਂ ਘਾਟੀਆਂ ਤੱਕ ਪਹੁੰਚਿਆ। ਕਸ਼ਮੀਰੀ ਪੰਡਤਾਂ ਨੂੰ ਪਰੇਸ਼ਾਨ ਕੀਤਾ ਗਿਆ, ਧਰਮ ਬਦਲਣ ਲਈ ਮਜਬੂਰ ਕੀਤਾ ਗਿਆ। ਜੀਵਨ ਦੀ ਰੱਖਿਆ ਅਤੇ ਆਸਥਾ ਨੂੰ ਸੁਰੱਖਿਅਤ ਕਰਨ ਲਈ ਕਸ਼ਮੀਰੀ ਪੰਡਿਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਆਨੰਦਪੁਰ ਪੁੱਜੇ। ਉਹਨਾਂ ਨੇ ਗੁਰੂ ਜੀ ਅੱਗੇ ਗੁਹਾਰ ਲਗਾਈ, ਧਰਮ ਦੀ ਰੱਖਿਆ ਲਈ। ਇਸ ਬੇਨਤੀ ਨੂੰ ਗੁਰੂ ਜੀ ਨੇ ਪ੍ਰਵਾਨ ਕੀਤਾ, ਬਲਕਿ ਧਰਮ ਦੀ ਰੱਖਿਆ ਦੀ ਜ਼ਿੰਮੇਵਾਰੀ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕੀਤਾ। ਉਹ ਜਾਣਦੇ ਸਨ ਕਿ ਇਸ ਦਾ ਨਤੀਜਾ ਕੀ ਹੋਏਗਾ, ਪਰ ਉਹਨਾਂ ਦਾ ਵਚਨ ਅਟਲ ਸੀ। ਔਰੰਗਜ਼ੇਬ ਇਸ ਨੂੰ ਬਰਦਾਸ਼ਤ ਨਾ ਕਰ ਸਕਿਆ। ਉਸਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਤਲਵਾਰ ਨਾਲ ਸਾਰੇ ਦਮਨਕਾਰੀ ਕੰਮ ਉੱਠਦੇ, ਪਰ ਉਹਨਾਂ ਦਾ ਫੈਸਲਾ ਸੀ, ਤੇਗ ਨਹੀਂ, ਤਿਆਗ। ਧਰਮ ਦੀ ਰੱਖਿਆ ਲਈ ਤਲਵਾਰ ਨਹੀਂ, ਸੱਚ ਦੀ ਲੋੜ ਹੈ। ਤਿੰਨ ਸਾਥੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਨੂੰ ਗੁਰੂ ਜੀ ਸਮੇਤ ਆਗਰਾ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਫਿਰ ਦਿੱਲੀ ਲਿਆਉਂਦਾ ਗਿਆ। ਅਲੌਕਿਕ ਤੇਜ ਨਾਲ ਗੁਰੂ ਜੀ ਦਿੱਲੀ ਆਏ, ਪਰ ਸ਼ੈਤਾਨ ਮਨ ਉਜਾਲੇ ਨੂੰ ਕਿੱਥੇ ਸਮਝਦੇ। ਤੇਜ ਨੂੰ ਉਹਨਾਂ ਦੀਆਂ ਅੱਖਾਂ ਸਹਿ ਨਹੀਂ ਸਕਦੀਆਂ। ਦਿੱਲੀ ਵਿੱਚ ਗੁਰੂ ਜੀ ਨੂੰ ਬੰਦੀ ਬਣਾ ਲਿਆ ਗਿਆ ਤੇ ਕਿਹਾ ਗਿਆ, ਆਪ ਬੜਾ ਚਮਤਕਾਰ ਦਿਖਾਓ, ਜਾਂ ਇਸਲਾਮ ਕਬੂਲ ਕਰੋ, ਨਹੀਂ ਤਾਂ ਰੂਹ ਕੰਬ ਜਾਏ, ਅਜਿਹੀ ਮੌਤ ਲਈ ਤਿਆਰ ਹੋ ਜਾਓ। ਗੁਰੂ ਜੀ ਅਡੋਲ ਰਹੇ। ਉਹ ਕੈਦ ਵਿੱਚ ਵੀ ਅਨੇਕ ਸ਼ਬਦਾਂ ਦੀ ਰਚਨਾ ਕਰਦੇ ਰਹੇ। ਅਡੋਲ ਅਤੇ ਅਮਰ ਸੱਚ ਤੇ ਅਟਲ ਰਹੇ। ਔਰੰਗਜ਼ੇਬ ਦੀ ਸਜ਼ਾ ਉਹਨਾਂ ਨੂੰ ਝੁਕਾ ਨਹੀਂ ਸਕੀ। ਗੁਰੂ ਜੀ ਨੂੰ ਸਜ਼ਾ ਦੇਣ ਲਈ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। 11 ਨਵੰਬਰ 1675 ਹਜ਼ਾਰਾਂ ਲੋਕਾਂ ਦੇ ਸਾਹਮਣੇ ਚਾਂਦਨੀ ਚੌਕ ਵਿੱਚ ਮੁਗਲ ਸਾਮਰਾਜ ਨੇ ਬਹੁਤ ਹੀ ਘਿਨਾਉਣਾ ਕੰਮ ਕੀਤਾ।
ਮਤੀਦਾਸ ਜੀ ਨੂੰ ਸਭ ਦੇ ਸਾਹਮਣੇ ਲਿਆਂਦਾ ਗਿਆ। ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ, ਪਰ ਉਹ ਅਡੋਲ ਰਹੇ। ਲੱਕੜਾਂ ਨਾਲ ਬੰਨ੍ਹ ਕੇ, ਆਰੇ ਨਾਲ ਚੀਰ ਕੇ ਉਹਨਾਂ ਦੇ ਸਰੀਰ ਦੇ 2 ਟੁਕੜੇ ਕਰ ਦਿੱਤੇ ਗਏ। ਸ਼ਹੀਦੀ ਸਮੇਂ ਵੀ ਉਹ ਅਡੋਲ ਮਨ ਵਿੱਚ ਜਪਜੀ ਦੀ ਬਾਣੀ ਦਾ ਪਾਠ ਕਰਦੇ ਰਹੇ। ਭਾਈ ਦਿਆਲਾ ਜੀ ਨੂੰ ਲਹੂ ਦੀ ਉਹ ਧਾਰ ਦਿਖਾਈ ਗਈ, ਪਰ ਉਹਨਾਂ ਦੇ ਮਨ ਦੀ ਚੇਤਨਾ ਕਿੱਥੇ ਕੋਈ ਭੰਗ ਕਰ ਸਕਦਾ ਸੀ। ਉਬਲਦੇ ਹੋਏ ਪਾਣੀ ਦੇ ਸਾਹਮਣੇ ਉਹਨਾਂ ਨੂੰ ਰੱਖਿਆ ਗਿਆ। ਉਹ ਉਸ ਪਾਣੀ ਵਿੱਚ ਉਤਰ ਗਏ, ਸ਼ਹਾਦਤ ਨੂੰ ਗਲੇ ਲਗਾ ਲਿਆ। ਸਤਿ ਸ਼੍ਰੀ ਅਕਾਲ। ਭਾਈ ਮਤੀਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ, ਪਰ ਉਹ ਸਥਿਰ ਰਹੇ। ਉਹਨਾਂ ਦਾ ਸਰੀਰ ਜਲ ਗਿਆ ਸੀ, ਪਰ ਗੁਰੂ ਦੀ ਬਾਣੀ ਪੜ੍ਹਦੇ ਹੋਏ ਉਹ ਸਦਾ ਲਈ ਆਪਣੀ ਸ਼ਹਾਦਤ ਨਾਲ ਰੌਸ਼ਨ ਹੋ ਗਏ। ਗੁਰੂ ਜੀ ਨੇ ਦੇਖਿਆ ਮੌਤ ਨੂੰ ਸਾਹਮਣੇ, ਪਰ ਆਤਮਾ ਨੂੰ ਨਿਰਵਾਣ ਵਿੱਚ। ਬੇਖੌਫ ਅਡੋਲ ਰਹੇ, ਪੱਕੇ ਇਰਾਦੇ ਦੇ ਨਾਲ। ਦਿੱਲੀ ਦੇ ਚਾਂਦਨੀ ਚੌਕ ਵਿੱਚ ਲਾਲ ਕਿਲੇ ਦੇ ਕੋਲ ਗੁਰੂ ਜੀ ਦੇ ਸੀਸ ਤੇ ਤਲਵਾਰ ਚੱਲੀ। ਪਰ ਕੋਈ ਵੀ ਉਹਨਾਂ ਦੇ ਸੱਚ ਨੂੰ ਨਹੀਂ ਝੁਕਾ ਸਕਿਆ। ਖੂਨ ਵਗਿਆ, ਪਰ ਧਰਮ ਦੀਆਂ ਜੜ੍ਹਾਂ ਹੋਰ ਗਹਿਰੀਆਂ ਹੋ ਗਈਆਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਸਵੀਕਾਰ ਕੀਤੀ। ਜਿੱਥੇ ਗੁਰੂ ਜੀ ਦੀ ਸ਼ਹਾਦਤ ਹੋਈ, ਉੱਥੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਸਥਿਤ ਹੈ, ਅਤੇ ਜਿੱਥੇ ਪਵਿੱਤਰ ਸਰੀਰ ਦਾ ਸੰਸਕਾਰ ਹੋਇਆ, ਉੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਹੈ। ਉਹਨਾਂ ਦਾ ਪਵਿੱਤਰ ਸੀਸ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿੱਚ ਅਗਨ ਭੇਂਟ ਕੀਤਾ ਗਿਆ। ਤਿਲਕ ਜਨੇਊ ਕਦੇ ਉਹਨਾਂ ਨੇ ਧਾਰਨ ਨਹੀਂ ਕੀਤਾ ਸੀ, ਪਰ ਤਿਲਕ ਅਤੇ ਜਨੇਊ ਦੀ ਰੱਖਿਆ ਲਈ ਉਹਨਾਂ ਨੇ ਸ਼ਹਾਦਤ ਦਿੱਤੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਸੀਸ ਦਿਆ ਪਰ ਸਿਰ ਪਰ ਸਿਰ ਨਾ ਦਿਆ। ਉਹਨਾਂ ਦੀ ਸ਼ਹਾਦਤ ਗੁਰੂ ਦੀ ਜੋਤ ਦਾ ਅਨੰਤ ਵਿਸਤਾਰ ਸੀ, ਜਿਸ ਦਾ ਦਰਸ਼ਨ ਹਿੰਦ ਦੇ ਜਨ ਜਨ ਨੂੰ ਕਣ ਕਣ ਨੂੰ ਮਿਲਿਆ। ਉਹ ਜੋਤ ਹੁਣ ਕੇਵਲ ਜੋਤ ਨਹੀਂ, ਉਹ ਹੁਣ ਵੀ ਹਿੰਦ ਦੀ ਚਾਦਰ, ਸ੍ਰਿਸ਼ਟੀ ਦੀ ਚਾਦਰ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕੇਵਲ ਇਤਿਹਾਸ ਨਹੀਂ, ਬਲਕਿ ਪ੍ਰੇਰਣਾ ਹੈ ਕਿ ਜਦੋਂ ਵੀ ਅਨਿਆਏ ਵਿਰੁੱਧ ਉੱਠਣਾ ਪਏ ਤਾਂ ਆਪਣੀ ਆਤਮਾ ਦੀ ਆਵਾਜ਼ ਹੀ ਸਭ ਤੋਂ ਵੱਡੀ ਤਲਵਾਰ ਹੈ। ਇਹ ਉਸ ਸਿੱਖਿਆ ਦੀ ਯਾਦ ਦਿਵਾਉਂਦਾ ਹੈ ਜੋ ਅੰਧਕਾਰ ਤੋਂ ਪ੍ਰਕਾਸ਼ ਵੱਲ, ਭੈ ਤੋਂ ਸਾਹਸ ਵੱਲ ਅਤੇ ਭੇਦ ਤੋਂ ਏਕਤਾ ਵੱਲ ਲੈ ਜਾਂਦੀ ਹੈ। ਇਹ ਸੁਨੇਹਾ ਹੈ ਸਿੱਖਾਂ ਦੇ, ਸਾਰੀ ਮਾਨਵਤਾ ਦੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ।